ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਗੱਲ ਕਰਾਂਗੇ, ਗਿਆਨ ਯੱਗ। ਹੁਣ ਗਿਆਨ ਯੱਗ ਹੈ ਕੀ? ਸਿੱਧੇ ਸ਼ਬਦਾਂ 'ਚ ਇਹ ਹੈ ਗਿਆਨ ਦਾ ਦਾਨ। ਇੱਕ ਇੰਨਾ ਜ਼ਬਰਦਸਤ ਤਰੀਕਾ ਹੈ ਜਿਸ ਨਾਲ ਲੋਕਾਂ ਦੀ ਸੋਚ ਨੂੰ, ਸਮਾਜ ਦੀ ਸੋਚ ਨੂੰ ਬਦਲਿਆ ਜਾ ਸਕਦਾ ਹੈ। ਤੇ ਅੱਜ ਦੀ ਇਸ ਗੱਲਬਾਤ 'ਚ ਆਪਾਂ ਇਸੇ ਮਹਾਨ ਕੰਮ ਨੂੰ ਕਰਨ ਦੇ ਕੁਝ ਨਵੇਂ ਤੇ ਬੜੇ ਹੀ ਅਸਰਦਾਰ ਤਰੀਕਿਆਂ ਬਾਰੇ ਜਾਣਾਂਗੇ। ਪਰ ਅੱਗੇ ਵਧਣ ਤੋਂ ਪਹਿਲਾਂ ਇੱਕ ਬਹੁਤ ਹੀ ਜ਼ਰੂਰੀ ਸਵਾਲ ਤੇ ਸੋਚਦੇ ਹਾਂ। ਸਵਾਲ ਇਹ ਹੈ ਕਿ ਕਿਸੇ ਵੀ ਇਨਸਾਨ ਦੀ ਅੰਦਰੂਨੀ ਤਾਕਤ, ਉਸਦੀ ਆਤਮਿਕ ਸ਼ਕਤੀ ਦਾ ਅਸਲ ਮਾਪ ਕੀ ਹੈ? ਆਪਾਂ ਕਿਸੇ ਨੂੰ ਅੰਦਰੋਂ ਮਜ਼ਬੂਤ ਕਿਵੇਂ ਕਹਿ ਸਕਦੇ ਹਾਂ? ਕਿਉਂਕਿ ਇਸੇ ਸਵਾਲ ਦਾ ਜਵਾਬ ਸਾਡੇ ਅੱਜ ਦੇ ਪੂਰੇ ਵਿਸ਼ੇ ਦੀ ਨੀਂਹ ਹੈ। ਚਲੋ ਫਿਰ ਇਸੇ ਗੱਲ ਨੂੰ ਥੋੜਾ ਹੋਰ ਖੋਲ ਕੇ ਸਮਝਦੇ ਹਾਂ। ਦੇਖੋ, ਅਸੀਂ ਸਾਰੇ ਦੁਨੀਆ ਬਦਲਣ ਦੀਆਂ, ਸਮਾਜ ਸੇਵਾ ਦੀਆਂ ਗੱਲਾਂ ਕਰਦੇ ਹਾਂ, ਹੈ ਨਾ? ਪਰ ਸੱਚਾਈ ਇਹ ਹੈ ਕਿ ਹਰ ਵੱਡੀ ਸੇਵਾ ਦੀ ਸ਼ੁਰੂਆਤ ਆਪਣੇ ਆਪ ਤੋਂ ਹੀ ਹੁੰਦੀ ਹੈ। ਕਿਸੇ ਹੋਰ ਦੀ ਮਦਦ ਕਰਨ ਨਿਕਲਣ ਤੋਂ ਪਹਿਲਾਂ ਆਪਣੀ ਖੁਦ ਦੀ ਨੀਂਹ ਦਾ ਮਜ਼ਬੂਤ ਹੋਣਾ ਉਹ ਸਭ ਤੋਂ ਜ਼ਰੂਰੀ ਹੈ। ਤਾਂ ਫਿਰ ਇਹ ਅੰਦਰੂਨੀ ਤਾਕਤ ਬਣਦੀ ਕਿਵੇਂ ਹੈ? ਅਸਲ 'ਚ ਇਹ 3 ਥੰਮਾਂ ਤੇ ਖੜੀ ਹੈ। ਸਭ ਤੋਂ ਪਹਿਲਾਂ ਸਾਡੀ ਸੋਚ, ਕਿ ਉਹ ਉੱਚੀ ਤੇ ਸਾਫ਼ ਹੈ। ਦੂਜਾ, ਸਾਡਾ ਕਿਰਦਾਰ, ਸਾਡਾ ਚਰਿੱਤਰ, ਕਿ ਉਹ ਮਜ਼ਬੂਤ ਤੇ ਇਮਾਨਦਾਰੀ ਵਾਲਾ ਹੈ। ਅਤੇ ਤੀਜਾ, ਸਾਡਾ ਵਿਵਹਾਰ, ਕਿ ਸਾਡੇ ਕੰਮ ਦੂਜਿਆਂ ਦੀ ਭਲਾਈ ਲਈ ਹਨ। ਜਦੋਂ ਇਹ ਤਿੰਨੋਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਹੀ ਅਸਲ ਆਤਮਿਕ ਤਾਕਤ ਦੀ ਨੀਂਹ ਰੱਖੀ ਜਾਂਦੀ ਹੈ। ਅੱਛਾ, ਸੇਵਾ ਕਰਨ ਦੇ ਤਾਂ ਕਈ ਤਰੀਕੇ ਨੇ, ਕਈ ਰੂਪ ਨੇ, ਪਰ ਇੱਕ ਦਾਨ ਇਹੋ ਜਿਹਾ ਹੈ ਜਿਸ ਨੂੰ ਸਾਰਿਆਂ ਤੋਂ ਉੱਪਰ, ਸਭ ਤੋਂ ਉੱਤਮ ਮੰਨਿਆ ਗਿਆ ਹੈ। ਇਹ ਕੋਈ ਆਮ ਦਾਨ ਨਹੀਂ ਹੈ। ਇਹ ਉਹ ਦਾਨ ਹੈ ਜੋ ਸਿਰਫ ਕੁਝ ਪਲਾਂ ਦੀ ਮਦਦ ਨਹੀਂ ਕਰਦਾ, ਸਗੋਂ ਪੂਰੀ ਦੀ ਪੂਰੀ ਜ਼ਿੰਦਗੀ ਬਦਲਣ ਦੀ ਤਾਕਤ ਰੱਖਦਾ ਹੈ। ਆਓ ਦੇਖੀਏ ਕਿ ਉਹ ਕਿਹੜਾ ਦਾਨ ਹੈ। ਤੇ ਉਹ ਦਾਨ ਹੈ ਗਿਆਨ ਦਾ ਦਾਨ। ਇਸ ਲਈ ਕਿਹਾ ਗਿਆ ਹੈ ਕਿ ਸਾਰੇ ਦਾਨਾਂ ਵਿੱਚੋਂ ਗਿਆਨ ਦਾਨ ਸਭ ਤੋਂ ਉੱਤਮ ਹੈ। ਕਿਉਂ? ਕਿਉਂਕਿ ਜਦੋਂ ਕਿਸੇ ਇਨਸਾਨ ਨੂੰ ਸਹੀ ਸੋਚ ਦਾ, ਸਹੀ ਸਮਝ ਦਾ ਰਸਤਾ ਮਿਲ ਜਾਂਦਾ ਹੈ ਨਾ, ਤਾਂ ਉਹ ਆਪਣੀਆਂ ਮੁਸ਼ਕਿਲਾਂ ਦਾ ਹੱਲ ਆਪ ਲੱਭਣ ਦੇ ਕਾਬਿਲ ਹੋ ਜਾਂਦਾ ਹੈ। ਗਿਆਨ ਦਾ ਦਾਨ ਕਿਸੇ ਨੂੰ ਸਿਰਫ ਸਹਾਰਾ ਨਹੀਂ ਦਿੰਦਾ, ਸਗੋਂ ਉਸ ਨੂੰ ਆਤਮ ਨਿਰਭਰ ਬਣਾਉਂਦਾ ਹੈ। ਜ਼ਰਾ ਇਸ ਫਰਕ ਨੂੰ ਸਮਝੋ। ਦੇਖੋ, ਇੱਕ ਪਾਸੇ ਹੈ ਪੈਸੇ ਥੇਲੇ ਜਾਂ ਚੀਜ਼ਾਂ ਦੀ ਮਦਦ। ਇਹ ਥੋੜੇ ਸਮੇਂ ਲਈ ਰਾਹਤ ਤਾਂ ਜ਼ਰੂਰ ਦਿੰਦੀ ਹੈ, ਪਰ ਅਕਸਰ ਇਹ ਇਨਸਾਨ ਨੂੰ ਦੂਜਿਆਂ ਤੇ ਨਿਰਭਰ ਬਣਾ ਦਿੰਦੀ ਹੈ ਨਾ? ਪਰ ਦੂਜੇ ਪਾਸੇ ਹੈ ਗਿਆਨ ਦਾ ਦਾਨ। ਇਹ ਕੀ ਕਰਦਾ ਹੈ? ਇਸ ਸਮੱਸਿਆ ਦੇ ਲੱਛਣਾਂ ਦਾ ਇਲਾਜ ਨਹੀਂ ਕਰਦਾ, ਸਗੋਂ ਸਿੱਧਾ ਜੜ ਤੇ ਵਾਰ ਕਰਦਾ ਹੈ। ਇਹ ਇਨਸਾਨ ਨੂੰ ਆਪਣੇ ਪੈਰਾਂ ਤੇ ਖੜੇ ਹੋਣਾ ਸਿਖਾਉਂਦਾ ਹੈ। ਤਾਂ ਹੁਣ ਤੱਕ ਅਸੀਂ ਇਹ ਤਾਂ ਸਮਝ ਲਿਆ ਕਿ ਗਿਆਨ ਦਾਨ ਕਰਨਾ ਕਿਉਂ ਜ਼ਰੂਰੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਕੀਤਾ ਕਿਵੇਂ ਜਾਵੇ, ਖਾਸ ਕਰ ਅੱਜ ਦੇ ਜ਼ਮਾਨੇ ਵਿੱਚ। ਤਾਂ ਚਲੋ ਹੁਣ ਆਪਾਂ ਗਿਆਨ ਯੱਗ ਦੇ ਕੁਝ ਬੜੇ ਹੀ ਆਸਾਨ ਤੇ ਅਸਰਦਾਰ ਤਰੀਕਿਆਂ ਤੇ ਨਜ਼ਰ ਮਾਰਦੇ ਹਾਂ। ਤਾਂ ਆਧੁਨਿਕ ਯੁੱਗ ਵਿੱਚ ਇਸ ਗਿਆਨ ਯੱਗ ਨੂੰ ਕਿਵੇਂ ਅੱਗੇ ਵਧਾਇਆ ਜਾਵੇ? ਇਸ ਦੇ ਲਈ ਸਾਡੇ ਕੋਲ ਕੁਝ ਬਹੁਤ ਹੀ ਦਿਲਚਸਪ ਤਰੀਕੇ ਹਨ। ਅਸੀਂ 3 ਮੁੱਖ ਤਰੀਕਿਆਂ ਤੇ ਗੱਲ ਕਰਾਂਗੇ। ਪਹਿਲਾ, ਝੋਲਾ ਲਾਇਬ੍ਰੇਰੀਆਂ, ਜੋ ਗਿਆਨ ਨੂੰ ਸਿੱਧਾ ਘਰ-ਘਰ ਲੈ ਕੇ ਜਾਂਦੀਆਂ ਹਨ। ਦੂਜਾ, ਅੱਜ ਦੀ ਟੈਕਨੋਲੋਜੀ, ਜਿਸ ਦੀ ਤਾਕਤ ਦੀ ਕੋਈ ਹੱਦ ਨਹੀਂ। ਅਤੇ ਤੀਜਾ, ਦੀਪ ਯੱਗ ਵਰਗੇ ਪ੍ਰੋਗਰਾਮ, ਜੋ ਲੋਕਾਂ ਨੂੰ ਇਕਜੁੱਟ ਕਰਦੇ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਝੋਲਾ ਲਾਇਬ੍ਰੇਰੀ ਦੀ। ਇਹ ਬਿਲਕੁਲ ਜ਼ਮੀਨ ਨਾਲ ਜੁੜਿਆ ਹੋਇਆ ਤਰੀਕਾ ਹੈ। ਸੋਚੋ, ਇੱਕ ਝੋਲੇ ਵਿੱਚ ਕ੍ਰਾਂਤੀਕਾਰੀ ਵਿਚਾਰਾਂ ਵਾਲੀਆਂ ਕਿਤਾਬਾਂ ਪਾ ਕੇ ਘਰ-ਘਰ ਜਾਣਾ, ਲੋਕਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਾ। ਇਸ ਤੋਂ ਵੱਡੀ ਸੇਵਾ ਕੀ ਹੋ ਸਕਦੀ ਹੈ? ਇਹ ਗਿਆਨ ਨੂੰ ਲੋਕਾਂ ਦੇ ਦਰਵਾਜ਼ੇ ਤੇ ਦਸਤਕ ਦੇਣ ਵਾਂਗ ਹੈ, ਤਾਂ ਕਿ ਇੱਕ ਵੱਡਾ ਬਦਲਾਅ ਆ ਸਕੇ। ਅਤੇ ਹੁਣ ਗੱਲ ਕਰਦੇ ਹਾਂ ਟੈਕਨੋਲੋਜੀ ਦੀ ਬੇਮਿਸਾਲ ਤਾਕਤ ਦੀ। ਜ਼ਰਾ ਸੋਚ ਕੇ ਦੇਖੋ, ਇੱਕ ਆਡੀਓ ਰਿਕਾਰਡਿੰਗ ਜਾਂ ਇੱਕ ਵੀਡੀਓ, ਇੱਕ ਚੰਗਾ ਪ੍ਰੇਰਨਾਦਾਇਕ ਵਿਚਾਰ ਪਲਾਂ ਵਿੱਚ ਹੀ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚ ਸਕਦਾ ਹੈ। ਅਸਲ ਵਿੱਚ ਇਹੀ ਤਾਂ ਅੱਜ ਦੇ ਜ਼ਮਾਨੇ ਦਾ ਗਿਆਨ ਯੱਗ ਹੈ, ਜਿੱਥੇ ਗਿਆਨ ਦੀ ਪਹੁੰਚ ਦੀ ਕੋਈ ਸੀਮਾ ਨਹੀਂ, ਕੋਈ ਸਰਹੱਦ ਨਹੀਂ। ਇਸੇ ਲੜੀ ਵਿੱਚ ਦੀਪ ਯੱਗ ਅਤੇ ਵਿਚਾਰ ਗੋਸ਼ਟੀਆਂ ਵਰਗੇ ਪ੍ਰੋਗਰਾਮ ਵੀ ਬਹੁਤ ਅਹਿਮ ਹਨ। ਜਦੋਂ ਲੋਕ ਇਕੱਠੇ ਬੈਠਦੇ ਹਨ, ਦੀਪ ਜਗਾਉਂਦੇ ਹਨ, ਚੰਗੇ ਵਿਚਾਰ ਸਾਂਝੇ ਕਰਦੇ ਹਨ, ਤਾਂ ਇੱਕ ਬਹੁਤ ਹੀ ਸਕਾਰਾਤਮਕ ਮਾਹੌਲ ਬਣਦਾ ਹੈ। ਇਹ ਸਿਰਫ ਇੱਕ ਪ੍ਰੋਗਰਾਮ ਨਹੀਂ ਹੁੰਦਾ, ਇਹ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਅਤੇ ਫਿਰ ਪੂਰੇ ਸਮਾਜ ਨੂੰ ਬਿਹਤਰ ਬਣਾਉਣ ਦਾ ਇੱਕ ਸਾਂਝਾ ਸਫ਼ਰ ਬਣ ਜਾਂਦਾ ਹੈ। ਅੱਛਾ, ਹੁਣ ਤੱਕ ਅਸੀਂ ਤਰੀਕਿਆਂ ਦੀ ਗੱਲ ਕੀਤੀ, ਪਰ ਹੁਣ ਥੋੜਾ ਹੋਰ ਡੂੰਘਾ ਚੱਲਦੇ ਹਾਂ। ਆਓ ਇਸ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਸ ਸੇਵਾ ਦੇ ਪਿੱਛੇ ਅਸਲ ਭਾਵਨਾ, ਅਸਲ ਸਿਧਾਂਤ ਕੀ ਹੋਣਾ ਚਾਹੀਦਾ ਹੈ। ਕਿਉਂਕਿ ਸਿਰਫ ਕੰਮ ਕਰਨਾ ਕਾਫੀ ਨਹੀਂ, ਉਸ ਦੇ ਪਿੱਛੇ ਦੀ ਨੀਅਤ ਵੀ ਮਾਇਨੇ ਰੱਖਦੀ ਹੈ। ਅਤੇ ਇੱਥੇ ਇੱਕ ਸਿਧਾਂਤ ਹੈ ਜੋ ਸਭ ਤੋਂ ਜ਼ਰੂਰੀ ਹੈ, ਤੇ ਉਹ ਹੈ ਕਥਨੀ ਅਤੇ ਕਰਨੀ ਦੀ ਏਕਤਾ। ਮਤਲਬ, ਜੋ ਤੁਸੀਂ ਕਹਿੰਦੇ ਹੋ ਉਹੀ ਤੁਸੀਂ ਕਰਦੇ ਵੀ ਹੋ।
ਕਿਸੇ ਦੀ ਸਲਾਹ ਜਾਂ ਸੰਦੇਸ਼ ਵਿੱਚ ਅਸਰ ਉਦੋਂ ਹੀ ਪੈਂਦਾ ਹੈ ਜਦੋਂ ਉਸਦੇ ਆਪਣੇ ਕੰਮ ਉਸਦੇ ਸ਼ਬਦਾਂ ਦਾ ਸਬੂਤ ਦਿੰਦੇ ਹੋਣ। ਸਿੱਧੀ ਜੀ ਗੱਲ ਹੈ, ਦੁਨੀਆ ਨੂੰ ਸੁਧਾਰਨ ਤੋਂ ਪਹਿਲਾਂ ਸਾਨੂੰ ਖੁਦ ਨੂੰ ਉਸ ਸਾਂਚੇ ਵਿੱਚ ਢਾਲਣਾ ਪਵੇਗਾ। ਇਸੇ ਗੱਲ ਨੂੰ ਇੱਕ ਬਹੁਤ ਹੀ ਖੂਬਸੂਰਤ ਵਿਚਾਰ ਨਾਲ ਸਮਝਾਇਆ ਗਿਆ ਹੈ। ਕਿਹਾ ਜਾਂਦਾ ਹੈ ਕਿ ਕਿਸੇ ਨੂੰ ਸਹੂਲਤਾਂ ਦੇ ਦੇਣਾ, ਉਸ ਦਾ ਆਰਾਮ ਵਧਾ ਦੇਣਾ, ਇਹ ਇੱਕ ਚੰਗੀ ਸੇਵਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਕਿਸੇ ਨੂੰ ਗਲਤ ਰਸਤੇ ਤੇ ਜਾਣ ਤੋਂ ਬਚਾ ਕੇ ਉਸ ਨੂੰ ਤਰੱਕੀ ਦੇ ਰਾਹ ਤੇ ਤੋੜ ਦੇਣਾ, ਇਹ ਸਭ ਤੋਂ ਉੱਤਮ, ਸਭ ਤੋਂ ਉੱਚੀ ਸੇਵਾ ਹੈ। ਤੇ ਦੇਖੋ, ਗੱਲ ਘੁੰਮ ਫਿਰ ਕੇ ਉੱਥੇ ਹੀ ਆ ਗਈ ਜਿੱਥੋਂ ਅਸੀਂ ਸ਼ੁਰੂ ਕੀਤੀ ਸੀ। ਸੇਵਾ ਦਾ ਇਹ ਜਿਹੜਾ ਸਭ ਤੋਂ ਉੱਚਾ ਰੂਪ ਹੈ ਨਾ, ਇਹ ਕੋਈ ਮਾਮੂਲੀ ਕੰਮ ਨਹੀਂ ਹੈ। ਇਹ ਤਾਂ ਇੱਕ ਉੱਚੀ ਹੋਈ ਆਤਮਿਕ ਚੇਤਨਾ ਦਾ ਨਤੀਜਾ ਹੈ। ਇਹ ਉਦੋਂ ਹੀ ਹੋ ਸਕਦਾ ਹੈ ਜਦੋਂ ਕਿਸੇ ਨੇ ਪਹਿਲਾਂ ਆਪਣੀ ਅੰਦਰੂਨੀ ਤਾਕਤ ਨੂੰ, ਆਪਣੀ ਆਤਮਿਕ ਸ਼ਕਤੀ ਨੂੰ ਮਜ਼ਬੂਤ ਬਣਾਇਆ ਹੋਵੇ। ਤਾਂ ਫਿਰ ਇਸ ਸਾਰੀ ਗੱਲਬਾਤ ਦੇ ਅੰਤ ਵਿੱਚ ਇੱਕ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਆ ਕੇ ਖੜਾ ਹੁੰਦਾ ਹੈ। ਵਿਚਾਰਾਂ ਨੂੰ ਸੁਧਾਰਨ ਦਾ ਇਹ ਜਿਹੜਾ ਮਹਾਨ ਯੱਗ ਚੱਲ ਰਿਹਾ ਹੈ, ਇਸ ਵਿੱਚ ਸਾਡੀ ਕੀ ਭੂਮਿਕਾ ਹੋ ਸਕਦੀ ਹੈ? ਅਸੀਂ ਆਪਣਾ ਕੀ ਯੋਗਦਾਨ ਪਾ ਸਕਦੇ ਹਾਂ? ਇਸ ਬਾਰੇ ਸੋਚਣਾ, ਇਸ ਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ।